ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਬੜੇ ਪਿਆਰ ਨਾਲ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੀ ਗੁਰਬਾਣੀ ਵਿਚਾਰ ਨਾਲ ਜੋੜਨ ਲਈ ਮਨ ਹੀ ਮਨ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਾਡਾ ਮਨ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੁੜ ਸਕੇ ਅਤੇ ਅਸੀਂ ਇਸ ਵਿਚਾਰਧਾਰਾ ਨੂੰ ਜੀਵਨ ਵਿੱਚ ਅਪਣਾ ਸਕੀਏ। ਐਤਵਾਰ ਵਾਲੇ ਦਿਨ ਆਪਾਂ ਗੁਰਬਾਣੀ ਸਿਰਲੇਖ ਸਮਝ ਰਹੇ ਹਾਂ। ਉਸੇ ਹੀ ਲੜੀ ਦੇ ਤਹਿਤ ਅੱਜ ਆਪਾਂ ਇਸ ਵਿਚਾਰ ਨੂੰ ਅੱਗੇ ਤੋਰਾਂਗੇ, ਲੇਕਿਨ ਉਸ ਤੋਂ ਪਹਿਲਾਂ ਅੱਜ ਮਦਰਸ ਡੇ ਹੈ। ਉਸ ਦੇ ਸੰਬੰਧ ਵਿੱਚ ਥੋੜ੍ਹੇ ਜਿਹੇ ਵਿਚਾਰ ਆਪ ਜੀ ਨਾਲ ਸਾਂਝੇ ਕਰਨੇ ਚਾਹਾਂਗਾ। ਮਾਂ ਦਾ ਰੁਤਬਾ, ਸਿਆਣੇ ਲੋਕ ਇਹ ਗੱਲ ਕਹਿੰਦੇ ਨੇ ਕਿ ਪਰਮਾਤਮਾ ਤੋਂ ਦੂਜੇ ਨੰਬਰ ਤੇ ਹੈ। ਯਾਨੀ ਜੇ ਪਰਮਾਤਮਾ ਨੂੰ ਕੋਈ ਦੂਸਰਾ ਨਾਂ ਦੇਣਾ ਹੋਵੇ ਤੇ ਉਹ ਮਾਂ ਦਿੱਤਾ ਜਾ ਸਕਦਾ ਹੈ। ਪਰਮਾਤਮਾ ਨਾਲੋਂ ਵਧੇਰੇ ਸਾਡਾ ਧਿਆਨ ਮਾਂ ਰੱਖਦੀ ਏ। ਸਿਆਣੇ ਇਹ ਗੱਲ ਕਹਿੰਦੇ ਨੇ ਕਿ ਮਾਂ ਇੱਕ ਇਹੋ ਜਿਹੀ ਸ਼ਖਸੀਅਤ ਏ ਜੋ ਸਾਨੂੰ ਤਕਰੀਬਨ 9-10 ਮਹੀਨੇ ਆਪਣੇ ਉਦਰ ਵਿੱਚ ਸੰਭਾਲਦੀ ਏ। ਫਿਰ ਉਸ ਤੋਂ ਬਾਅਦ ਤਕਰੀਬਨ 3 ਸਾਲ ਸਾਨੂੰ ਆਪਣੀਆਂ ਬਾਹਾਂ ਵਿੱਚ ਸੰਭਾਲ ਕੇ ਰੱਖਦੀ ਏ ਤੇ ਉਸ ਤੋਂ ਬਾਅਦ ਸਦਾ ਲਈ ਆਪਣੇ ਹਿਰਦੇ ਵਿੱਚ ਥਾਂ ਦਿੰਦੀ ਏ। ਅਸੀਂ ਬੇਸ਼ੱਕ ਮਾਂ ਦੀ ਕਦਰ ਨਾ ਕਰੀਏ, ਮਾਂ ਫਿਰ ਵੀ ਸਾਡੇ ਨਾਲ ਓਨਾ ਹੀ ਸਨੇਹ ਤੇ ਓਨਾ ਹੀ ਪਿਆਰ ਰੱਖਦੀ ਏ। ਉਹਦੇ ਸਨੇਹ, ਉਹਦੇ ਪਿਆਰ ਵਿੱਚ ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਨੇ ਕੋਈ ਵਿਅਕਤੀ ਆਪਣੀ ਮਾਂ ਦਾ ਦਿਲ ਕੱਢ ਕੇ ਕਿਸੇ ਨੂੰ ਦੇਣ ਵਾਸਤੇ ਲਿਜਾ ਰਿਹਾ ਸੀ, ਰਸਤੇ ਵਿੱਚ ਠੋਕਰ ਲੱਗੀ ਤੇ ਡਿੱਗ ਪਿਆ। ਉਸ ਦਿਲ ਵਿੱਚੋਂ ਆਵਾਜ਼ ਨਿਕਲੀ, ਪੁੱਤਰ ਤੈਨੂੰ ਸੱਟ ਤੇ ਨਹੀਂ ਲੱਗੀ। ਇਹਦਾ ਭਾਵ ਸਿਰਫ ਇੰਨਾ ਹੀ ਹੈ ਕਿ ਮਰਨ ਤੋਂ ਬਾਅਦ ਵੀ ਮਾਂ ਸਾਡਾ ਧਿਆਨ ਰੱਖਦੀ ਹੈ। ਉਹ ਹਰ ਘੜੀ, ਹਰ ਪਲ, ਆਪਾਂ ਵੇਖਿਆ ਹੈ ਕਿ ਬੱਚੇ ਨੂੰ ਕਿਤੇ ਕੰਡਾ ਵੱਜ ਜਾਏ, ਕਿਤੇ ਪੈਰ ਨੂੰ ਠੋਕਰ ਲੱਗ ਜਾਏ ਤੇ ਜਿਹੜੇ ਮਾਂ ਦੇ ਮੁੱਖ ਚੋਂ ਬਚਨ ਨਿਕਲਦੇ ਨੇ ਉਹ ਦਿਲ ਕੰਬਾ ਦੇਣ ਵਾਲੇ ਹੁੰਦੇ ਨੇ। ਮਾਂ ਦੇ ਮੂੰਹੋਂ ਨਿਕਲਦਾ ਹੈ, ਹਾਏ ਮਾਂ ਮਰ ਜੇ, ਮੇਰੇ ਬੱਚੇ ਨੂੰ ਸੱਟ ਕਿਉਂ ਲੱਗੀ, ਮੇਰੇ ਬੱਚੇ ਨੂੰ ਕੰਡਾ ਕਿਉਂ ਚੁੱਭ ਗਿਆ, ਇਹ ਮੈਨੂੰ ਚੁੱਭ ਜਾਂਦਾ। ਇਹ ਮਾਂ ਦੀ ਹਮਦਰਦੀ ਹੁੰਦੀ ਏ ਕਿ ਉਹ ਆਪਣੇ ਬੱਚੇ ਦੇ ਦਰਦ ਨੂੰ ਵੇਖ ਨਹੀਂ ਸਕਦੀ, ਸਹਿਨ ਨਹੀਂ ਕਰ ਸਕਦੀ। ਸੋ ਮਾਵਾਂ ਦੇ ਬਾਰੇ ਕੁਝ ਵਿਦਵਾਨਾਂ ਨੇ ਵਿਚਾਰ ਲਿਖੇ ਨੇ, ਮੈਂ ਤੁਹਾਡੇ ਨਾਲ ਉਹ ਵੀ ਸਾਂਝੇ ਕਰਨੇ ਨੇ। ਪਰ ਪਹਿਲਾਂ
ਮਾਂ ਦਿਵਸ 1908 ਤੋਂ ਹੋਂਦ ਵਿੱਚ ਆਇਆ। ਭਾਵੇਂ ਮਾਂ ਆਦਿ ਕਾਲ ਤੋਂ ਹੀ ਤਿਆਗ, ਮਮਤਾ ਅਤੇ ਪਿਆਰ ਦੀ ਮੂਰਤ ਹੈ, ਇਸ ਦੇ ਸਤਿਕਾਰ 'ਚ ਮਾਂ ਦਿਵਸ ਮਨਾਇਆ ਜਾਂਦਾ ਹੈ। 9 ਮਈ 1914 ਨੂੰ ਅਮਰੀਕੀ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਅਮਰੀਕਾ 'ਚ ਮਦਰਸ ਡੇ ਨੂੰ ਰਾਸ਼ਟਰੀ ਦਿਨ ਐਲਾਨਿਆ ਸੀ। ਉਹਨਾਂ ਨੇ ਕਿਹਾ ਸੀ ਕਿ ਇਹ ਦਿਨ ਯੁੱਧ 'ਚ ਸ਼ਹੀਦ ਹੋਏ ਪੁੱਤਰਾਂ ਦੀਆਂ ਮਾਵਾਂ ਨੂੰ ਸਨਮਾਨ ਦੇਣ, ਦੇਸ਼ ਦੀਆਂ ਸਭ ਮਾਵਾਂ ਪ੍ਰਤੀ ਇੱਜ਼ਤ ਅਤੇ ਪਿਆਰ ਦੀ ਭਾਵਨਾ ਜਤਾਉਣ ਲਈ ਮਨਾਇਆ ਜਾਵੇਗਾ। ਸੋ ਸੰਸਾਰ ਦੇ ਅੰਦਰ ਜਿੰਨੀਆਂ ਮਾਤਾਵਾਂ ਨੇ, ਉਹਦੇ ਨਾਲ ਨਾਲ ਖਾਲਸੇ ਦੀ ਮਾਂ ਮਾਤਾ ਸਾਹਿਬ ਕੌਰ, ਉਹਨਾਂ ਸਾਰੀਆਂ ਮਾਤਾਵਾਂ ਦੇ ਚਰਨਾਂ ਵਿੱਚ ਮੈਂ ਪ੍ਰਣਾਮ ਕਰਦਾ ਹਾਂ ਅਤੇ ਸਮੁੱਚੀ ਮਾਨਵਤਾ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਮਾਵਾਂ ਦੀ ਕਦਰ ਕਰਨੀ ਚਾਹੀਦੀ ਏ। ਅੱਜ ਜਿਹੜੀ ਧੀ ਹੈ, ਉਹਨੇ ਕੱਲ੍ਹ ਨੂੰ ਮਾਂ ਬਣਨਾ ਹੈ ਤੇ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੋ ਅਸੀਂ ਦੁਰਦਸ਼ਾ ਅੱਜ ਦੇ ਜ਼ਮਾਨੇ ਵਿੱਚ ਹੀ ਨਹੀਂ, ਪੁਰਾਣੇ ਸਮੇਂ ਤੋਂ ਧੀਆਂ ਭੈਣਾਂ ਦੀ ਕਰਦੇ ਆ ਰਹੇ ਹਾਂ, ਉਹਦੇ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਗੁਰਮਤਿ ਸਾਨੂੰ ਇਹ ਗੱਲ ਸਿਖਾਉਂਦੀ ਏ, ਵੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਇਹ ਸਾਨੂੰ ਸਭਨਾਂ ਨੂੰ ਚਾਹੀਦਾ ਹੈ। ਅੱਜ ਜਦੋਂ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਰੇਪ ਵਰਗੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਤੇ ਇਉਂ ਲੱਗਦਾ ਹੈ ਕਿ ਮਨੁੱਖ ਨੇ ਰਾਖਸ਼ਸ ਦਾ ਰੂਪ ਧਾਰਨ ਕਰ ਲਿਆ ਹੋਵੇ, ਆਦਮੀ ਨਾ ਰਹਿ ਗਿਆ ਹੋਵੇ। ਸੋ ਸਾਨੂੰ ਸਭਨਾਂ ਨੂੰ ਜੀ ਇਹ ਚੀਜ਼ਾਂ ਸਮਝਣ ਦੀ ਲੋੜ ਏ। ਜੇ ਅਸੀਂ ਧੀ ਦੀ ਇੱਜ਼ਤ ਨਹੀਂ ਕਰਦੇ, ਜੇ ਅਸੀਂ ਭੈਣ ਦੀ ਇੱਜ਼ਤ ਨਹੀਂ ਕਰਦੇ ਤੇ ਮਾਂ ਦੀ ਕਿਵੇਂ ਕਰ ਪਾਵਾਂਗੇ? ਪ੍ਰੋਫੈਸਰ ਮੋਹਨ ਸਿੰਘ ਜੀ ਨੇ ਮਾਂ ਦੇ ਸੰਬੰਧ ਵਿੱਚ ਜਿਹੜੇ ਬਚਨ ਲਿਖੇ, ਉਹਦੇ ਵਿੱਚੋਂ ਚੰਦ ਲਾਈਨਾਂ ਤੁਹਾਡੇ ਸਾਹਮਣੇ ਹਨ। ਉਹ ਕਹਿੰਦੇ ਨੇ, ਮਾਂ ਵਰਗਾ ਘਨ ਛਾਵਾਂ ਬੂਟਾ ਕਿਧਰੇ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਇਹ ਜਿਹੜਾ ਘਨ ਛਾਵਾਂ ਬੂਟਾ ਏ, ਇਹਦਾ ਮਤਲਬ ਹੁੰਦਾ ਹੈ ਕਿ ਸੰਘਣੀ ਛਾਂ ਦੇਣ ਵਾਲਾ ਬੂਟਾ। ਸੰਘਣੀ ਛਾਂ ਅਸੀਂ ਤੇ ਬੜਾ ਆਨੰਦ ਮਾਣਿਆ ਉਸ ਦਾ, ਪਰ ਅੱਜ ਕੱਲ੍ਹ ਦੇ ਬੱਚਿਆਂ ਨੂੰ ਸ਼ਾਇਦ ਪਤਾ ਵੀ ਨਾ ਹੋਵੇ ਕਿ ਸੰਘਣੀ ਛਾਂ ਕਿਹਨੂੰ ਕਹਿੰਦੇ ਨੇ, ਕਿਉਂਕਿ ਕਦੀ ਰੁੱਖਾਂ ਥੱਲੇ ਗਏ ਹੀ ਨਹੀਂ ਹੋਣੇ। ਹਲ ਵਾਹੁੰਦਿਆਂ ਜਦੋਂ ਜ਼ਿਮੀਂਦਾਰ ਸ਼ਿਖਰ ਦੁਪਹਿਰੇ ਉਹਦਾ ਸਾਹ ਨਾਲ ਸਾਹ ਨਹੀਂ ਮਿਲਦਾ, ਉਦੋਂ ਛੇਤੀ ਨਾਲ ਕਿਸੇ ਟਾਹਲੀ ਦੀ ਛਾਵੇਂ, ਕਿਸੇ ਤੂਤ ਦੀ ਛਾਵੇਂ ਜਾ ਕੇ ਬਹਿੰਦਾ ਤੇ ਮਿੱਟੀ ਦਾ ਕੱਚਾ ਘੜਾ, ਉਹਦੇ ਵਿੱਚੋਂ ਪਾਣੀ ਦਾ ਗਲਾਸ ਜਾਂ ਛੰਨਾ ਭਰ ਕੇ ਪੀਂਦਾ ਤੇ ਉਹ ਕਹਿੰਦਾ, ਮੈਂ ਸਵਰਗ ਵਿੱਚ ਆ ਗਿਆ। ਸਾਹ ਵਿੱਚ ਸਾਹ ਪੈ ਜਾਂਦਾ। ਉਸ ਠੰਡੀ ਛਾਂ ਨੂੰ ਸ਼ਿਖਰ ਦੁਪਹਿਰੇ ਜਦੋਂ ਮਾਣਦਾ, ਸਵਰਗ ਪਿੱਛੇ ਰਹਿ ਜਾਂਦੇ। ਇਹ ਮਾਂ ਦੇ ਸੰਬੰਧ ਵਿੱਚ ਆਖਿਆ ਜਾਂਦਾ ਹੈ ਕਿ ਮਾਂ ਦੀ ਠੰਡ, ਮਾਂ ਦਾ ਪਿਆਰ, ਮਾਂ ਦੀ ਸ਼ਾਂਤੀ ਇਹੋ ਜਿਹੀ ਹੁੰਦੀ ਏ।
ਬੱਚਾ ਕਿਤੋਂ ਵੀ ਆਵੇ, ਭੁੱਖਾ ਪਿਆਸਾ, ਤੜਪਦਾ, ਰੋਂਦਾ, ਵਿਲਕਦਾ, ਮਾਂ ਆਪਣੀ ਛਾਤੀ ਨਾਲ ਘੁੱਟ ਕੇ ਲਾਉਂਦੀ ਤੇ ਉਹਦੀਆਂ ਸਾਰੀਆਂ ਦੁੱਖ ਤੇ ਸੰਤਾਪ ਉਹਦੇ ਦੂਰ ਹੋ ਜਾਂਦੇ। ਤਾਂ ਹੀ ਪ੍ਰੋਫੈਸਰ ਮੋਹਨ ਸਿੰਘ ਨੇ ਆਖਿਆ ਕਿ ਇਉਂ ਲੱਗਦਾ ਹੈ ਕਿ ਜਿਹੜੇ ਸਵਰਗ ਰੱਬ ਨੇ ਬਣਾਏ ਨੇ ਉਹ ਮਾਂ ਕੋਲੋਂ ਛਾਂ ਉਧਾਰੀ ਲੈ ਕੇ ਹੀ ਉਹਨੇ ਬਣਾਏ ਨੇ। ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮੁਰਝਾਂਦੇ, ਐ ਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਸੁੱਕ ਜਾਵੇ। ਕਿਸੇ ਬੂਟੇ ਦੀਆਂ ਜੜ੍ਹਾਂ ਕੱਟ ਦਿੱਤੀਆਂ ਜਾਣ, ਉਹ ਮੁਰਝਾ ਜਾਂਦਾ, ਸੁੱਕ ਜਾਂਦਾ, ਮਰ ਜਾਂਦਾ ਹੈ। ਪਰ ਮਾਂ ਇੱਕ ਇਹੋ ਜਿਹਾ ਬੂਟਾ ਏ, ਜੇ ਇਹਦਾ ਫਲ ਮੁਰਝਾ ਜਾਏ, ਫਲ ਤੋਂ ਭਾਵ ਇੱਥੇ ਉਹਦੇ ਬੱਚੇ, ਉਸ ਦੀ ਸੰਤਾਨ, ਜੇ ਕਿਤੇ ਉਸ ਦੇ ਬੱਚੇ ਨੂੰ, ਉਸ ਦੀ ਸੰਤਾਨ ਨੂੰ ਕੋਈ ਦੁੱਖ ਪਹੁੰਚੇ ਤੇ ਇਹ ਮਾਂ ਰੂਪ ਬੂਟਾ ਆਪਣੇ ਫਲ ਦੇ ਸੁੱਕਣ ਤੋਂ ਪਹਿਲਾਂ ਹੀ ਮੁਰਝਾ ਜਾਂਦਾ ਹੈ। ਇੰਨਾ ਸਨੇਹ ਹੈ ਮਾਂ ਦੇ ਹਿਰਦੇ ਵਿੱਚ ਆਪਣੇ ਬੱਚਿਆਂ ਦੇ ਪ੍ਰਤੀ। ਗੁਰਬਾਣੀ ਵਿੱਚ ਇੱਕ ਮਾਂ ਦਾ ਜ਼ਿਕਰ ਕੀਤਾ ਗਿਆ ਹੈ, ਆਪਾਂ ਥੋੜ੍ਹਾ ਜਿਹਾ ਧਿਆਨ ਉਹਦੇ ਵੱਲ ਵੀ ਲੈ ਚੱਲੀਏ। ਸੱਤੇ ਤੇ ਬਲਵੰਡ ਦੀ ਵਾਰ ਵਿੱਚ ਬਲਵੰਡ ਨੇ ਇਹ ਗੱਲ ਲਿਖੀ ਹੈ, ਖੀਵੀ ਨੇਕ ਜਨ, ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤਰਾਲੀ। ਇਹ ਜਿਹੜੀ ਬਹੁਤੀ ਛਾਉ ਪਤਰਾਲੀ ਹੈ ਨਾ, ਇਹ ਉਹੋ ਹੀ ਏ ਮਾਂ ਜਿਹਾ ਘਨ ਛਾਵਾਂ ਬੂਟਾ। ਸੰਘਣੀ ਛਾਂ ਏ ਮਾਤਾ ਖੀਵੀ ਦੀ। ਭਲਾ ਉਹਦੀ ਛਾਂ ਕਿਵੇਂ ਸੀ? ਦੂਰ ਦੁਰੇਡਿਓਂ ਰਾਹੀ ਆਉਂਦੇ, ਉਹਨਾਂ ਨੂੰ ਭੁੱਖ ਲੱਗੀ ਹੁੰਦੀ, ਉਹਨਾਂ ਨੂੰ ਪਿਆਸ ਲੱਗੀ ਹੁੰਦੀ, ਤੇ ਮਾਂ ਖੀਵੀ ਗੁਰੂ ਅੰਗਦ ਦੇ ਮਹਾਰਾਜ ਦੇ ਦਰਬਾਰ ਵਿੱਚ ਲੰਗਰ ਦੀ ਸੇਵਾ ਕਰਿਆ ਕਰਦੇ ਸਨ। ਕੋਈ ਵੀ ਆਵੇ ਦੁਨੀਆ ਦਾ ਮਨੁੱਖ, ਉਹ ਕਿਸੇ ਜਾਤੀ ਨਾਲ, ਕਿਸੇ ਧਰਮ ਨਾਲ, ਕਿਸੇ ਕਬੀਲੇ ਨਾਲ ਸੰਬੰਧਿਤ ਹੋਵੇ, ਮਾਂ ਇਸ ਤਰ੍ਹਾਂ ਨਹੀਂ ਸੀ ਸੋਚਦੀ। ਮਾਂ ਸਭਨਾਂ ਨੂੰ ਇੱਕੋ ਜਿਹਾ ਪਿਆਰ ਦਿੰਦੀ, ਕੋਲ ਬਿਠਾ ਕੇ ਪਿਆਸੇ ਨੂੰ ਪਾਣੀ ਪਿਆਉਂਦੀ, ਭੁੱਖੇ ਨੂੰ ਰੋਟੀ ਖਵਾਉਂਦੀ, ਲੋੜ ਪੈਣ 'ਤੇ ਉਹਨੂੰ ਜਗ੍ਹਾ ਦਿੰਦੀ ਕਿ ਤੂੰ ਪੁੱਤਰ ਆਰਾਮ ਕਰ ਲੈ। ਜਿਸ ਬਹੁਤੀ ਛਾਉ ਪਤਰਾਲੀ, ਮਾਂ ਖੀਵੀ ਦੀ ਇਸ ਤਰ੍ਹਾਂ ਦੀ ਛਾਂ ਸੀ, ਇਸ ਤਰ੍ਹਾਂ ਦਾ ਪਿਆਰ ਸੀ ਉਹਦੇ ਹਿਰਦੇ ਵਿੱਚ, ਜਿਵੇਂ ਸੰਘਣੇ ਪੱਤਿਆਂ ਵਾਲੇ ਰੁੱਖ ਦੀ ਛਾਂ ਹੁੰਦੀ ਏ। ਬਲਵੰਡ ਜੀ ਲਿਖਦੇ, ਲੰਗਰ ਦੌਲਤ ਵੰਡੀਐ, ਰਸ ਅੰਮ੍ਰਿਤ ਖੀਰ ਕਿਆਲੀ। ਗੁਰੂ ਘਰ ਦੇ ਅੰਦਰ ਦੋ ਤਰ੍ਹਾਂ ਦਾ ਲੰਗਰ ਚੱਲਦਾ ਸੀ। ਇੱਕ ਸੀ ਆਤਮਿਕ ਭੋਜਨ ਤੇ ਇੱਕ ਸੀ ਸਰੀਰਕ ਭੋਜਨ। ਆਤਮਿਕ ਭੋਜਨ ਉਹ ਜਿਹੜਾ ਆਪਾਂ ਹੁਣ ਛਕ ਰਹੇ ਹਾਂ, ਗੁਰਬਾਣੀ ਦੀ ਵਿਚਾਰ ਕਰਨਾ, ਕੀਰਤਨ ਕਰਨਾ ਜਾਂ ਸੁਣਨਾ, ਸੰਗਤ ਵਿੱਚ ਬੈਠ ਕੇ ਨਾਮ ਸਿਮਰਨ ਦਾ ਅਭਿਆਸ ਕਰਨਾ, ਗੁਰਮਤਿ ਦੀਆਂ ਵਿਚਾਰਾਂ ਇੱਕ ਦੂਜੇ ਨਾਲ ਸਾਂਝੀਆਂ ਕਰਨੀਆਂ, ਇਹ ਇੱਕ ਆਤਮਿਕ ਭੋਜਨ ਹੈ ਜੋ ਗੁਰੂ ਦਰਬਾਰ ਵਿੱਚ ਸਦਾ ਹੀ ਵਰਤਦਾ ਰਹਿੰਦਾ ਹੈ। ਤੇ ਦੂਜਾ ਲੰਗਰ ਹੈ ਸਰੀਰਕ। ਜਦੋਂ ਆਪਾਂ ਇਸ ਕਾਰਜ ਤੋਂ ਵਿਹਲੇ ਹੋਵਾਂਗੇ ਤੇ ਸਾਡੇ ਸਰੀਰ ਦੀ ਭੁੱਖ ਦੀ ਤ੍ਰਿਪਤੀ ਵਾਸਤੇ ਥੱਲੇ ਲੰਗਰ ਮੌਜੂਦ ਹੋਏਗਾ। ਸੋ ਇਹ ਜਿਹੜਾ ਦੋ ਤਰ੍ਹਾਂ ਦਾ ਲੰਗਰ ਵੰਡਿਆ ਜਾਂਦਾ, ਰਸ ਅੰਮ੍ਰਿਤ ਖੀਰ ਕਿਆਲੀ, ਦਰਬਾਰ ਵਿੱਚ ਆਤਮਿਕ ਭੋਜਨ ਤੇ ਲੰਗਰ ਹਾਲ ਵਿੱਚ ਅੰਮ੍ਰਿਤਮਈ ਖੀਰ, ਉਹਦੇ ਵਿੱਚ ਵੀ ਘਿਓ ਪਾ ਕੇ।
ਭਾਵੇਂ ਅੱਜ ਦੇ ਸਮੇਂ ਵਿੱਚ ਆਖਿਆ ਜਾ ਰਿਹਾ ਕਿ ਘਿਓ ਇੱਕ ਚੰਗੀ ਚੀਜ਼ ਨਹੀਂ ਸਿਹਤ ਵਾਸਤੇ, ਲੇਕਿਨ ਸਿਆਣੇ ਮਹਾਂਪੁਰਸ਼ ਅੱਜ ਵੀ ਕਹਿ ਰਹੇ ਨੇ ਕਿ ਘਿਓ ਮਾੜਾ ਨਹੀਂ, ਸਰੀਰ ਵਾਸਤੇ ਬਹੁਤ ਲਾਹੇਵੰਦ ਏ, ਲੇਕਿਨ ਉਸ ਨੂੰ ਠੀਕ ਮਿਕਦਾਰ ਵਿੱਚ ਇਸਤੇਮਾਲ ਕੀਤਾ ਜਾਏ। ਸੋ ਗੁਰੂ ਮਹਾਰਾਜ ਦੇ ਲੰਗਰ ਵਿੱਚ ਇਹ 2 ਤਰ੍ਹਾਂ ਦਾ ਲੰਗਰ ਵੰਡਿਆ ਜਾਂਦਾ ਤੇ ਮਾਤਾ ਖੀਵੀ ਇਸ ਦਾ ਹਮੇਸ਼ਾ ਧਿਆਨ ਰੱਖਦੇ। ਸੋ ਅੱਜ ਦੇ ਇਸ ਦਿਹਾੜੇ ਤੇ ਸਾਰੀਆਂ ਮਾਵਾਂ ਨੂੰ ਭਈ ਸਾਡੇ ਵੱਲੋਂ ਨਮਸਕਾਰ ਹੈ। ਸਾਡਾ ਸਭਨਾਂ ਦਾ ਫਰਜ਼ ਬਣਦਾ ਅਸੀਂ ਮਾਵਾਂ ਨੂੰ, ਧੀਆਂ ਨੂੰ, ਭੈਣਾਂ ਨੂੰ ਬਣਦਾ ਪਿਆਰ ਤੇ ਸਤਿਕਾਰ ਜ਼ਰੂਰ ਦਿਆ ਕਰੀਏ। ਆਓ ਹੁਣ ਅਸੀਂ ਵਿਚਾਰ ਕਰਦੇ ਹਾਂ। ਆਪਾਂ ਪਿਛਲੀ ਕਥਾ ਵਿੱਚ ਇਸ ਜਗ੍ਹਾ ਤੇ ਵਿਚਾਰ ਛੱਡੀ ਸੀ ਕਿ ਸਾਨੂੰ ਇਹ 4 ਚੀਜ਼ਾਂ ਜਿਹੜੀਆਂ ਨੇ ਇਹ ਯਾਦ ਹਨ: ਖਾਣਾ, ਪੀਣਾ, ਹੱਸਣਾ ਤੇ ਸੌਣਾ। ਜੇ ਕੋਈ ਸਾਨੂੰ ਗੱਲ ਭੁੱਲ ਗਈ ਏ ਤੇ ਉਹ ਹੈ ਮਰਨਾ। ਵਿਸਰ ਗਿਆ ਹੈ ਮਰਨਾ। ਸਾਨੂੰ ਮੌਤ ਭੁੱਲ ਗਈ ਤੇ ਦੁਨੀਆ ਦੇ ਹਾਸ ਰਸ, ਦੁਨੀਆ ਦੇ ਸਵਾਦਿਸ਼ਟ ਪਦਾਰਥਾਂ ਦੇ ਰਸ, ਸੋਹਣੇ ਬਸਤਰਾਂ ਦੇ ਰਸ, ਸੋਹਣੇ ਮਹਿਲ ਮਾੜੀਆਂ ਦੇ ਰਸ, ਇਹ ਸਾਨੂੰ ਯਾਦ ਰਹਿ ਗਏ। ਜਦੋਂ ਕਿ ਇਹ ਸਾਰਾ ਝੂਠ ਹੈ ਤੇ ਮਰਨਾ 100% ਸੱਚਾਈ ਏ। ਅਸੀਂ ਸੱਚਾਈ ਨੂੰ ਵਿਸਾਰ ਦਿੱਤਾ, ਉਹਨਾਂ ਚੀਜ਼ਾਂ ਨੂੰ ਯਾਦ ਰੱਖਿਆ ਜਿਹੜੀਆਂ ਸਦਾ ਨਾਲ ਨਿਭਣ ਵਾਲੀਆਂ ਨਹੀਂ। ਸੋ ਕੋਸ਼ਿਸ਼ ਕਰੀਏ, ਭਾਵੇਂ ਮਰਨਾ ਸ਼ਬਦ ਜਿਹੜਾ ਇਹਨੂੰ ਸੁਣਦਿਆਂ ਹੀ ਲੋਕ ਡਰ ਉੱਠਦੇ ਨੇ, ਮਰਨ ਦੀ ਗੱਲ ਅਸੀਂ ਘਰ ਵਿੱਚ ਕਦੇ ਨਹੀਂ ਕਰਦੇ, ਮਰਨ ਦੀ ਗੱਲ ਅਸੀਂ ਪਰਿਵਾਰ ਨਾਲ ਬੈਠ ਕੇ ਕਦੇ ਨਹੀਂ ਕਰਦੇ। ਜੇ ਕੋਈ ਗੱਲ ਸਵੇਰੇ ਸ਼ਾਮ ਕਿਤੇ ਬਹਿ ਕੇ ਕੋਈ ਕਰੇ ਵੀ ਤੇ ਬਜ਼ੁਰਗ ਰੋਕ ਦਿੰਦੇ ਸਨ। ਮੌਤ ਦੀ ਗੱਲ ਨਹੀਂ ਕਰੀਦੀ, ਜੋ ਕਿ ਸੱਚਾਈ ਏ, ਜਿਸ ਤੋਂ ਕਦੀ ਵੀ ਪਾਸਾ ਨਹੀਂ ਵਟਿਆ ਜਾ ਸਕਣਾ। ਸੋ ਸਾਨੂੰ ਮੌਤ ਯਾਦ ਰੱਖਣੀ ਚਾਹੀਦੀ ਏ। ਆਪਣੇ ਭਾਰਤ ਵਿੱਚ ਟਰੱਕਾਂ ਤੇ ਟਰਾਲੀਆਂ ਤੇ ਇੱਕ ਉਹ 2 ਲਾਈਨਾਂ ਜੀਆਂ ਲਿਖੀਆਂ ਹੁੰਦੀਆਂ ਨੇ, ਈਸ਼ਵਰ ਅਤੇ ਮੌਤ ਕੋ ਹਮੇਸ਼ਾ ਯਾਦ ਰੱਖੇਂ। ਈਸ਼ਵਰ ਉਦੋਂ ਭੁੱਲਦਾ ਜਦੋਂ ਮੌਤ ਭੁੱਲਦੀ ਏ। ਇਹ ਪੱਕੀ ਗੱਲ, ਜੇ ਈਸ਼ਵਰ ਨਹੀਂ ਯਾਦ ਹੁੰਦਾ, ਜੇ ਮੌਤ ਭੁੱਲ ਗਈ ਹੋਵੇ ਤਾਂ। ਜੇ ਮੌਤ ਯਾਦ ਰਹੇਗੀ ਤੇ ਰੱਬ ਕਦੀ ਵੀ ਨਹੀਂ ਭੁੱਲੇਗਾ। ਇੱਕ ਨੁਕਤਾ ਹੈ ਸਿਮਰਨ ਕਰਨ ਦਾ ਕਿ ਮੌਤ ਨੂੰ ਚੇਤੇ ਕਰ ਲਿਆ ਕਰੋ। ਚੇਤੇ ਇਸ ਤਰ੍ਹਾਂ ਇਹਨੂੰ ਕਰਨਾ ਹੈ ਕਿ ਆ ਜਿਹੜਾ ਮੇਰਾ ਸਵਾਸ ਹੁਣ ਬਾਹਰ ਚਲਾ ਗਿਆ ਹੈ, ਪਤਾ ਨਹੀਂ ਵਾਪਸ ਆਏਗਾ ਕਿ ਨਹੀਂ। ਜੇ ਇੰਨੀ ਕੁ ਗੱਲ ਸਾਨੂੰ ਯਾਦ ਰਹਿ ਜਾਏ, ਅਸੀਂ ਕਦੀ ਮਾੜਾ ਕਰਮ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਕਿ ਪਤਾ ਨਹੀਂ ਸੰਸਾਰ ਨੂੰ ਛੱਡ ਕੇ ਕਦੋਂ ਚਲਿਆ ਜਾਣਾ ਹੈ। ਤੇ ਜਦੋਂ ਸਾਡੇ ਆਪਣੇ ਜੀਵਨ ਦਾ ਹੀ ਨਹੀਂ ਸਾਨੂੰ ਪਤਾ, ਤੇ ਫਿਰ ਮਾੜਾ ਕਿਹਦੇ ਲਈ ਕਰੀਏ ਤੇ ਕਿਉਂ ਕਰੀਏ? ਸੋ ਸਾਨੂੰ ਮੌਤ ਹਮੇਸ਼ਾ ਯਾਦ ਰੱਖਣੀ ਚਾਹੀਦੀ ਏ। ਗੁਰੂ ਜੀ ਨੇ ਆਖਿਆ, ਖਸਮ ਵਿਸਾਰ ਖੁਆਰੀ ਕੀਨੀ। ਅਸੀਂ ਉਹ ਕੰਮ ਕਰ ਲਿਆ ਜਿਸ ਕੰਮ ਦੇ ਕਰਨ ਨਾਲ ਬੰਦਾ ਖੁਆਰ ਹੁੰਦਾ ਹੈ। ਖੁਆਰ ਹੋਣ ਤੋਂ ਭਾਵ ਹੁੰਦਾ ਹੈ ਕਿ ਅਸੀਂ ਸਾਰਾ ਦਿਨ ਕਿਸੇ ਪਾਸੇ ਨੂੰ ਤੁਰੇ ਜਾਂਦੇ ਹੋਈਏ, ਸਾਰਾ ਦਿਨ ਕੋਈ ਕੰਮ ਕਰਦੇ ਰਹੇ ਹੋਈਏ, ਲੇਕਿਨ ਸਾਡਾ ਨਾ ਤੇ ਉਹ ਕੰਮ ਬਣਿਆ ਹੋਵੇ ਜਿਸ ਪਾਸੇ ਨੂੰ ਅਸੀਂ ਤੁਰੇ ਜਾਂਦੇ ਹੋਈਏ, ਨਾ ਅਸੀਂ ਆਪਣੀ ਮੰਜ਼ਿਲ ਵੱਲ ਜਾ ਰਹੇ ਹੋਈਏ, ਸਗੋਂ ਉਲਟ ਦਿਸ਼ਾ ਵਿੱਚ ਜਾ ਰਹੇ ਹੋਈਏ। ਤੇ ਜਦੋਂ ਸਾਨੂੰ ਸਮਝ ਆਵੇ, ਫਿਰ ਅਸੀਂ ਕਹਿੰਦੇ ਅੱਜ ਤੇ ਸਾਰਾ ਦਿਨ ਐਵੇਂ ਖੱਜਲ ਖੁਆਰ ਹੋਏ। ਤੇ ਅਸੀਂ ਖੁਆਰੀ ਕੀ ਕਰ ਲਈ? ਖਸਮ ਵਿਸਾਰ। ਅਸੀਂ ਆਪਣੇ ਮਾਲਕ ਨੂੰ ਭੁਲਾ ਦਿੱਤਾ।
ਇਹ ਅਸੀਂ ਆਪਣੇ ਜੀਵਨ ਵਿੱਚ ਖੁਆਰੀ ਸਹੇੜ ਲਈ। ਤ੍ਰਿਗ ਜੀਵਨ ਨਹੀਂ ਰਹਿਣਾ। ਤ੍ਰਿਗ ਦਾ ਮਤਲਬ ਹੁੰਦਾ ਹੈ ਫਿਟਕਾਰ ਯੋਗ। ਲਾਹਨਤ ਯੋਗ ਹੈ ਉਹ ਜੀਵਨ ਜਿਸ ਜੀਵਨ ਵਿੱਚ ਅਸੀਂ ਪਰਮਾਤਮਾ ਤੇ ਮੌਤ ਨੂੰ ਵਿਸਾਰਿਆ। ਜਿਸ ਜੀਵਨ ਵਿੱਚ ਅਸੀਂ ਕੇਵਲ ਖਾਣ ਪੀਣ ਹੱਸਣ ਸੌਣ ਵਿੱਚ ਲਗਾ ਕੇ ਜ਼ਿੰਦਗੀ ਬਰਬਾਦ ਕਰ ਲਈ, ਉਹ ਜੀਵਨ ਲਾਹਨਤ ਯੋਗ ਹੈ। ਇਹੋ ਜਿਹਾ ਜੀਵਨ ਨਹੀਂ ਰਹਿਣਾ। ਇਹ ਸਦਾ ਨਹੀਂ ਰਹਿਣ ਵਾਲਾ, ਇਹ ਖਤਮ ਹੋਣ ਵਾਲਾ ਏ। ਇੱਕ ਇਸ ਜੀਵਨ ਦੇ ਨਾਲ ਹੁੰਦਾ ਹੈ ਆਤਮਿਕ ਜੀਵਨ। ਆਤਮਿਕ ਜੀਵਨ ਹਮੇਸ਼ਾ ਰਹਿਣ ਵਾਲਾ ਏ, ਉਹ ਕਦੇ ਖਤਮ ਨਹੀਂ ਹੁੰਦਾ। ਅਸੀਂ ਆਤਮਿਕ ਜੀਵਨ ਤੋਂ ਟੁੱਟੇ ਹੋਏ ਲੋਕ ਹਾਂ ਤੇ ਸਰੀਰਕ ਜੀਵਨ ਦੇ ਨਾਲ ਅਸੀਂ ਜੁੜੇ ਹੋਏ ਲੋਕ ਹਾਂ। ਗੁਰੂ ਮਹਾਰਾਜ ਜੀ ਨੇ ਇਹ ਨਹੀਂ ਆਖਿਆ ਕਿ ਸਰੀਰਕ ਜੀਵਨ ਨਾਲੋਂ ਟੁੱਟ ਕੇ ਤੁਸੀਂ ਆਤਮਿਕ ਜੀਵਨ ਨਾਲ ਜੁੜੋਗੇ। ਸਗੋਂ ਇਹ ਗੱਲ ਸਮਝਾਈ ਕਿ ਸਰੀਰਕ ਜੀਵਨ ਦੇ ਨਾਲ ਜੁੜੇ ਹੋਇਆਂ ਹੀ ਤੁਸੀਂ ਆਤਮਿਕ ਜੀਵਨ ਨਾਲ ਜੁੜ ਸਕਦੇ ਹੋ। ਸੋ ਅਸੀਂ ਕੋਸ਼ਿਸ਼ ਕਰੀਏ ਕਿ ਪਰਮੇਸ਼ਵਰ ਨਾਲ ਜੁੜਨ ਲਈ ਮਰਨ ਨੂੰ ਯਾਦ ਰੱਖਿਆ ਕਰੀਏ। ਹੋਰ ਕੀ ਕਰਨਾ ਹੈ ਪਰਮਾਤਮਾ ਨੂੰ ਯਾਦ ਕਰਨ ਲਈ? ਗੁਰੂ ਮਹਾਰਾਜ ਜੀ ਨੇ ਆਖਿਆ, ਪ੍ਰਾਣੀ ਏਕੋ ਨਾਮ ਧਿਆਵੋ। ਇੱਕ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਿਆ ਕਰੋ, ਉਹਦਾ ਧਿਆਨ ਕਰਿਆ ਕਰੋ। ਇਸ ਤਰ੍ਹਾਂ ਕਰਨ ਦੇ ਨਾਲ ਆਪਣੀ ਪਤ ਸੇਤੀ ਘਰ ਜਾਵੋ। ਸੇਤੀ ਦਾ ਮਤਲਬ ਹੁੰਦਾ ਹੈ ਨਾਲ। ਤੁਸੀਂ ਆਪਣੀ ਇੱਜ਼ਤ ਨਾਲ ਆਪਣੇ ਘਰ ਵਿੱਚ ਚਲੇ ਜਾਓਗੇ। ਆਪਣਾ ਘਰ ਆ ਨਹੀਂ ਜਿੱਥੇ ਆਪਾਂ ਬੈਠੇ ਹਾਂ ਜਾਂ ਜਿੱਥੇ ਆਪਾਂ ਰਹਿੰਦੇ ਹਾਂ। ਆਪਣਾ ਨਿੱਜ ਘਰ ਹੈ ਜਿਸ ਘਰ ਵਿੱਚ ਆਪਾਂ ਜਾਣਾ ਹੈ, ਤੇ ਉਸ ਘਰ ਵਿੱਚ ਜਾਣ ਲਈ ਸਾਨੂੰ ਕੋਈ ਮਿਹਨਤ ਮੁਸ਼ੱਕਤ ਕਰਨੀ ਹੋਏਗੀ। ਤੇ ਮਿਹਨਤ ਮੁਸ਼ੱਕਤ ਕੀ ਹੈ? ਏਕੋ ਨਾਮ ਧਿਆਵੋ। ਗੁਰੂ ਨਾਨਕ ਸਾਹਿਬ ਨੇ ਆਖਿਆ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਜਿਹੜੇ ਬਾਕੀ ਤੁਸੀਂ ਕਰਮ ਕਾਂਡ ਕਰਦੇ ਜੇ, ਉਹ ਕਿਸੇ ਕੰਮ ਵਿੱਚ ਆਉਣ ਵਾਲੇ ਨਹੀਂ ਹਨ। ਇੱਕ ਨਾਮ ਦਾ ਧਿਆਨ ਧਰੋ, ਨਾਮ ਨੂੰ ਹਿਰਦੇ ਵਿੱਚ ਵਸਾਓ। ਨਾਮ ਜਪ ਦੁਆਰਾ ਹੀ ਤੁਸੀਂ ਆਪਣੀ ਇੱਜ਼ਤ ਦੇ ਨਾਲ ਆਪਣੇ ਨਿੱਜ ਘਰ ਵਿੱਚ ਪਹੁੰਚ ਜਾਓਗੇ। ਸੋ ਅਸੀਂ ਜੀ ਕੋਸ਼ਿਸ਼ ਕਰੀਏ, ਰਾਗ ਮਲਾਰ ਦੇ ਅੰਦਰ ਸਾਨੂੰ ਗੁਰੂ ਸਾਹਿਬ ਜੀ ਨੇ ਪਹਿਲੇ ਸ਼ਬਦ ਵਿੱਚ ਹੀ ਇਹ ਬਚਨ ਸਮਝਾਏ ਨੇ ਕਿ ਭਾਈ ਪਰਮੇਸ਼ਵਰ ਦਾ ਨਾਮ ਜਪੋ। ਨਾਮ ਜਪਣ ਤੋਂ ਬਿਨਾਂ ਤੁਹਾਡੀ ਜ਼ਿੰਦਗੀ ਵਿਅਰਥ ਚਲੀ ਜਾਏਗੀ। ਇਹ ਕਿਸੇ ਅਰਥ ਨਹੀਂ ਹੋਏਗਾ ਕੁਝ ਵੀ ਸਾਡਾ ਕੀਤਾ ਹੋਇਆ। ਭਾਵੇਂ ਅਸੀਂ ਸੰਸਾਰ ਵਿੱਚ ਕਿੰਨੀਆਂ ਮੱਲਾਂ ਮਾਰ ਲਈਆਂ ਹੋਣ, ਪਰ ਆਖਿਰ ਖਾਲੀ ਹੱਥ ਇੱਥੋਂ ਜਾਣਾ ਪਏਗਾ। ਕੁਛ ਵੀ ਨਾਲ ਤੁਰਨ ਵਾਲਾ ਨਹੀਂ। ਸਿਆਣੇ ਲੋਕ, ਪੜ੍ਹੇ ਲਿਖੇ ਲੋਕ, ਅਧਿਆਤਮਵਾਦੀ ਲੋਕ ਉਹ ਇਹ ਗੱਲ ਆਖਦੇ ਨੇ, ਜਿਸ ਕਿਸੇ ਮਨੁੱਖ ਨੇ ਆਪਣੇ ਜੀਵਨ ਵਿੱਚ ਪਰਮੇਸ਼ਵਰ ਦਾ ਨਾਮ ਜਪ ਕੇ ਉਹਦੇ ਨਾਲ ਸਾਂਝ ਬਣਾ ਲਈ, ਉਹਨੇ ਜ਼ਿੰਦਗੀ ਦੇ ਅੰਦਰ ਸਾਰੇ ਹੀ ਕਾਰਜ ਕਰ ਲਏ। ਤੇ ਜਿਸ ਕਿਸੇ ਮਨੁੱਖ ਨੇ ਜ਼ਿੰਦਗੀ ਦੇ ਬਾਕੀ ਸਾਰੇ ਹੀ ਕੰਮ ਕੀਤੇ, ਲੇਕਿਨ ਨਾਮ ਜਪ ਕੇ ਰੱਬ ਜੀ ਨਾਲ ਸਾਂਝ ਨਾ ਬਣਾਈ, ਉਹਨੇ ਕੁਝ ਵੀ ਨਹੀਂ ਕੀਤਾ। ਸੋ ਉਹਨੇ ਆਪਣੇ ਤੇ ਨਿਰਭਰ ਹੈ ਕਿ ਆਪਾਂ ਕੀ ਕਰਨਾ ਚਾਹੁੰਦੇ ਹਾਂ। ਆਪਾਂ ਸਭ ਕੁਝ ਹੀ ਕਰ ਲੈਣਾ ਚਾਹੁੰਦੇ ਹਾਂ ਕਿ ਆਪਾਂ ਕੁਝ ਵੀ ਨਹੀਂ ਕਰਨਾ ਚਾਹੁੰਦੇ। ਜੇ ਸਭ ਕੁਝ ਕਰ ਲੈਣਾ ਚਾਹੁੰਦੇ ਹਾਂ ਤੇ ਸਾਨੂੰ ਨਾਮ ਜਪ ਦੁਆਰਾ ਪ੍ਰਭੂ ਦੇ ਵਿੱਚ ਅਭੇਦ ਹੋਣਾ ਚਾਹੀਦਾ ਹੈ। ਤੇ ਜੇ ਬਾਕੀ ਦੁਨਿਆਵੀ ਸਭ ਕੁਝ ਕਰਨਾ ਹੈ ਤੇ ਇਹ ਨਾ ਕੀਤੇ ਦੇ ਬਰਾਬਰ ਹੀ ਹੋ ਜਾਣਾ ਹੈ। ਅਖੀਰ ਨੂੰ ਕੁਝ ਵੀ ਸਾਡੇ ਪੱਲੇ ਨਹੀਂ ਪੈਣਾ। ਸੋ ਆਓ ਇਸ ਤੋਂ ਅੱਗੇ ਅਸੀਂ ਵਿਚਾਰ ਕਰਦੇ ਹਾਂ। ਇਸੇ ਹੀ ਰਾਗ ਮਲਾਰ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਲਿਖੀ ਹੋਈ ਇੱਕ ਵਾਰ ਹੈ।
ਉਸ ਵਾਰ ਦੀ ਧੁਨੀ ਹੈ, ਰਾਣੇ ਕੈਲਾਸ਼ ਤਥਾ ਮਾਲ ਦੇ ਕੀ ਧੁਨੀ। ਆ ਜਿਹੜਾ ਮਾਲ ਦੇ ਸ਼ਬਦ ਹੈ ਨਾ ਅੱਗੇ ਦੇ, ਇਹਦਾ ਦੇ ਦਾ ਮਤਲਬ ਹੈ ਦੇਵ। ਇਹ ਦੋ ਭਰਾ ਸਨ, ਕੈਲਾਸ਼ ਦੇਵ ਤੇ ਮਾਲ ਦੇਵ। ਉਹਦਾ ਸੰਖੇਪ ਰੂਪ ਹੈ ਕੈਲਾਸ਼ ਤਥਾ ਮਾਲ ਦੇ। ਉਹਨਾਂ ਦੀ ਧੁਨ, ਉਹਨਾਂ ਦੇ ਸੰਬੰਧ ਵਿੱਚ ਇੱਕ ਢਾਡੀ ਸਿੰਘਾਂ ਨੇ ਵਾਰ ਲਿਖੀ ਸੀ। ਉਹਦੀ ਇੱਕ ਪੌੜੀ ਪ੍ਰੋਫੈਸਰ ਸਾਹਿਬ ਸਿੰਘ ਜੀ ਹੁਰਾਂ ਨੇ ਇਸ ਵਾਰ ਦੇ ਸਿਰਲੇਖ ਹੇਠਾਂ ਲਿਖੀ ਹੋਈ ਹੈ। ਤੁਹਾਨੂੰ ਕਿਸੇ ਨੂੰ ਜ਼ਰੂਰਤ ਹੋਵੇ ਉਹ ਪੌੜੀ ਪੜ੍ਹਨ ਦੀ ਤੇ ਤੁਸੀਂ ਪੜ੍ਹ ਸਕਦੇ ਹੋ। ਇਹ ਦੋਵੇਂ ਸਕੇ ਭਰਾ ਹਨ। ਇਹ ਜਿਹੜਾ ਕੈਲਾਸ਼ ਦੇਵ ਵੱਡਾ ਹੈ ਤੇ ਮਾਲ ਦੇਵ ਛੋਟਾ ਹੈ। ਕੈਲਾਸ਼ ਦੇਵ ਚਲਾਕ ਕਿਸਮ ਦਾ ਆਦਮੀ ਹੈ ਤੇ ਮਾਲ ਦੇਵ ਭਗਤੀ ਭਾਵ ਵਾਲਾ ਆਦਮੀ ਹੈ। ਕੈਲਾਸ਼ ਦੇਵ ਨੇ ਜਦੋਂ ਇਹ ਪਿਤਾ ਜੀ ਦੇ ਮਰਨ ਤੋਂ ਬਾਅਦ ਸਾਰਾ ਰਾਜ ਭਾਗ ਸੰਭਾਲਿਆ ਤੇ ਮਾਲ ਦੇਵ ਨੂੰ ਕੁਝ ਵੀ ਨਾ ਦਿੱਤਾ। ਮਾਲ ਦੇਵ ਨੇ ਆਪਣੇ ਉਸ ਇਲਾਕੇ ਵਿੱਚ ਇਹ ਕੋਈ ਬਹੁਤ ਵੱਡੇ ਰਾਜੇ ਤੇ ਨਹੀਂ ਸਨ, ਛੋਟੇ ਛੋਟੇ ਰਈਸ ਹੁੰਦੇ ਸਨ ਪੁਰਾਣੇ ਸਮੇਂ 'ਚ, ਜਾਂ ਛੋਟੇ ਛੋਟੇ ਰਜਵਾੜੇ ਹੁੰਦੇ ਸਨ। 2 4 10 ਪਿੰਡਾਂ ਦੇ ਮਾਲਕ ਨੂੰ ਲੋਕ ਰਾਜਾ ਆਖਦੇ ਸਨ। ਮਾਲ ਦੇਵ ਨੇ ਆਪਣੇ ਇਲਾਕੇ ਦੇ ਲੋਕਾਂ ਨੂੰ ਆਪਣੀ ਗੱਲ ਦੱਸੀ ਕਿ ਮੇਰੇ ਨਾਲ ਕਿੰਨਾ ਵੱਡਾ ਅਨਿਆਂ ਹੋਇਆ ਹੈ। ਲੋਕਾਂ ਨੇ ਇਸ ਦਾ ਸਾਥ ਦਿੱਤਾ। ਇਹਨੇ ਕੈਲਾਸ਼ ਦੇਵ ਦੇ ਉੱਤੇ ਚੜ੍ਹਾਈ ਕੀਤੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਉਸ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਤੇ ਉਸ ਨੇ ਆਪਣੇ ਛੋਟੇ ਭਰਾ ਤੋਂ ਮੁਆਫੀ ਮੰਗੀ। ਛੋਟਾ ਭਰਾ ਭਗਤੀ ਭਾਵ ਵਾਲਾ ਹੋਣ ਕਰਕੇ ਉਸ ਨੇ ਉਸ ਨੂੰ ਮੁਆਫ ਕਰ ਦਿੱਤਾ ਤੇ ਅੱਧਾ ਰਾਜ ਉਸ ਨੂੰ ਦੇ ਦਿੱਤਾ। ਇਹ ਜਿਹੜੀ ਉਸ ਦੀ ਨੇਕ ਨੀਤੀ ਹੈ ਮਾਲ ਦੇਵ ਦੀ, ਉਸ ਨੂੰ ਵੇਖ ਕੇ ਢਾਡੀ ਵੀਰਾਂ ਨੇ ਉਸ ਦੇ ਸੰਬੰਧ ਵਿੱਚ ਇੱਕ ਵਾਰ ਗਾਵੀ ਤੇ ਉਸ ਵਾਰ ਦੀ ਜਿਹੜੀ ਧੁਨੀ ਸੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਆਪਣੇ ਰਾਗੀ ਸਿੰਘਾਂ ਨੂੰ, ਢਾਡੀ ਸਿੰਘਾਂ ਨੂੰ, ਕਿ ਤੁਸੀਂ ਉਸ ਧੁਨੀ ਉੱਤੇ ਇਸ ਵਾਰ ਨੂੰ ਗਾਇਨ ਕਰਨਾ ਹੈ। ਭਾਵੇਂ ਮੈਂ ਪਿੱਛੇ ਤੁਹਾਡੇ ਨਾਲ ਗੱਲ ਕਰ ਚੁੱਕਾ ਹਾਂ, ਪਰ ਇੱਕ ਵਾਰੀ ਫਿਰ ਕਰਨਾ ਚਾਹਾਂਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ ਲਿਖੀਆਂ ਗਈਆਂ ਨੇ। ਉਹਨਾਂ 22 ਵਾਰਾਂ ਦੇ ਵਿੱਚੋਂ ਕੇਵਲ ਇੱਕ ਵਾਰ, ਆਸਾ ਕੀ ਵਾਰ, ਉਹ ਗਾਈ ਜਾਂਦੀ ਏ। ਬਾਕੀ 21 ਵਾਰਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ। ਅੱਜ ਤੱਕ ਮੈਂ ਤੇ ਆਪਣੀ ਜ਼ਿੰਦਗੀ 'ਚ ਨਹੀਂ ਸੁਣੀ ਕੋਈ ਹੋਰ ਵਾਰ। ਇੱਕ ਬਸੰਤ ਕੀ ਵਾਰ ਜ਼ਰੂਰ ਰਾਗੀ ਸਿੰਘ ਪੜ੍ਹ ਦਿੰਦੇ ਨੇ। ਉਹ ਵੀ ਇਸ ਤਰ੍ਹਾਂ ਪੜ੍ਹਦੇ ਨੇ ਜਿਵੇਂ ਗੱਡੀ ਚੱਲ ਪਈ ਹੋਵੇ ਤੇ ਇਹਨੇ ਹੁਣ ਰੁਕਣਾ ਨਹੀਂ ਰਸਤੇ ਵਿੱਚ ਕਿਤੇ ਵੀ। ਇਸ ਢੰਗ ਨਾਲ ਪੜ੍ਹ ਕੇ ਗਾਂ ਲੰਘ ਜਾਂਦੇ ਨੇ, ਪਰ ਉਹਦਾ ਗਾਇਨ ਨਹੀਂ ਕਰਦੇ, ਕੀਰਤਨ ਨਹੀਂ ਕਰਦੇ। ਇਹ ਕਿਵੇਂ ਹੋਏਗਾ ਭਾਈ? ਇਹ ਤੇ ਰਾਗੀ ਸਿੰਘ ਜਾਣਨ, ਮੈਂ ਤੇ ਕੁਝ ਨਹੀਂ ਇਹਦੇ ਬਾਰੇ ਕਹਿ ਸਕਦਾ। ਲੇਕਿਨ ਤੁਹਾਨੂੰ ਸੰਗਤ ਨੂੰ ਜ਼ਰੂਰ ਚਾਹੀਦਾ ਹੈ ਕਿ ਰਾਗੀ ਸਿੰਘਾਂ ਦੇ ਨਾਲ ਪਿਆਰ ਨਾਲ ਬੈਠਾ ਜਾਏ ਵੱਖਰਾ, ਉਹਨਾਂ ਦੇ ਨਾਲ ਇਸ ਵਿਸ਼ੇ ਤੇ ਵਿਚਾਰ ਕੀਤੀ ਜਾਏ, ਗੱਲਬਾਤ ਕੀਤੀ ਜਾਏ। ਭਾਈ ਤੁਸੀਂ ਇੱਕੋ ਹੀ ਵਾਰ ਕਿਉਂ ਗਾਈ ਜਾਂਦੇ ਹੋ? ਹਰ ਰੋਜ਼ ਜਿੱਥੇ ਵੀ ਸੁਣੋ ਸਵੇਰੇ ਆਸਾ ਕੀ ਵਾਰ ਗਾਈ ਜਾ ਰਹੀ ਏ। ਬਾਕੀ ਵਾਰਾਂ ਕੀ ਗੁਰੂਆਂ ਦੀਆਂ ਨਹੀਂ ਹਨ ਲਿਖੀਆਂ ਹੋਈਆਂ? ਕਿ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਹੈ ਗੁਰਬਾਣੀ ਵਿੱਚ, ਜਾਂ ਉਹਨਾਂ ਦਾ ਕੋਈ ਥਾਂ ਨਹੀਂ ਸਾਡੀ ਜ਼ਿੰਦਗੀ ਵਿੱਚ ਹੋਣਾ ਚਾਹੀਦਾ? ਇਹ ਗੱਲਾਂ ਜੀ ਸੋਚਣ ਵਾਲੀਆਂ, ਸਮਝਣ ਵਾਲੀਆਂ ਨੇ, ਜਿਨ੍ਹਾਂ ਤੋਂ ਅਸੀਂ ਸਾਰੇ ਹੀ ਪਾਸਾ ਵੱਟੀ ਬੈਠੇ ਹਾਂ। ਸਾਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਵਾਰ ਦਾ ਸ਼ਲੋਕ ਹੈ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਉਹਦੇ ਵਿੱਚ ਉਹ ਲਿਖਦੇ ਨੇ, ਹੇਕੋ ਪਾਧਰ ਹੇਕ ਦਰ। ਇਹ ਜਿਹੜਾ ਹੇਕੋ ਸ਼ਬਦ ਹੈ ਨਾ, ਇਹ ਹਿੱਕ ਤੋਂ ਬਣਿਆ। ਇਹ ਲਹਿੰਦੇ ਪੰਜਾਬ ਜਿਹੜਾ ਅੱਜ ਕੱਲ੍ਹ ਪਾਕਿਸਤਾਨ ਵਿੱਚ ਇਹ ਲਹਿੰਦੀ ਬੋਲੀ ਏ। ਉੱਥੇ ਇੱਕ ਨੂੰ ਹਿੱਕ ਆਖਦੇ ਸਨ। ਹੇਕੋ ਪਾਧਰ ਹੇਕ ਦਰ ਗੁਰ ਪੌੜੀ ਨਿਜ ਥਾਨ।
ਇੱਕੋ ਹੀ ਰਸਤਾ ਏ, ਪੱਧਰਾ ਰਾਹ। ਪਾਦਰ ਦਾ ਮਤਲਬ ਹੈ ਪੱਧਰਾ ਰਾਹ, ਜਰਨੈਲੀ ਸੜਕ, ਹਾਈਵੇ ਜਿਹਨੂੰ ਅੱਜ ਆਪਾਂ ਆਖਦੇ ਹਾਂ। ਇੱਕੋ ਹੀ ਰਸਤਾ ਹੈ ਰੱਬ ਦੇ ਘਰ ਨੂੰ ਜਾਂਦਾ। ਉਹਦਾ ਦਰ ਵੀ ਇੱਕੋ ਹੀ ਏ ਜਿੱਥੇ ਆਪਾਂ ਸਾਰਿਆਂ ਨੇ ਜਾਣਾ ਹੈ। ਗੁਰ ਪੌੜੀ ਨਿਜ ਥਾਨ, ਉਹ ਜਿਹੜਾ ਇੱਕ ਦਰ ਹੈ, ਜਿਸ ਦਰ ਨੂੰ ਇੱਕੋ ਹੀ ਰਾਹ ਜਾਂਦਾ ਹੈ, ਉਹ ਸਾਡਾ ਨਿਜ ਥਾਨ ਹੈ। ਅਸੀਂ ਉੱਥੋਂ ਆਏ ਹਾਂ ਤੇ ਜੇ ਭਜਨ ਬੰਦਗੀ ਕਰਾਂਗੇ ਤੇ ਉੱਥੇ ਵਾਪਸ ਚਲੇ ਜਾਵਾਂਗੇ। ਜੇ ਨਹੀਂ ਕਰਾਂਗੇ ਤੇ ਫਿਰ ਇਸ ਉਲਝਣ ਵਿੱਚ ਪਏ ਰਵਾਂਗੇ ਜਿਹੜੀ ਵਿੱਚ ਹੁਣ ਆਪਾਂ ਪਏ ਹੋਏ ਹਾਂ। ਗੁਰੂ ਸਾਹਿਬ ਜੀ ਨੇ ਆਖਿਆ, ਏਕੋ ਪਾਦਰ, ਇੱਕੋ ਹੀ ਸ਼ਾਹ ਰਸਤਾ ਹੈ, ਇੱਕੋ ਹੀ ਪਰਮੇਸ਼ਵਰ ਦਾ ਦਰ ਹੈ, ਉਹੋ ਹੀ ਸਾਡਾ ਨਿਜ ਸਥਾਨ ਏ ਤੇ ਉੱਥੇ ਜਾਣ ਲਈ ਪੌੜੀ ਵੀ ਇੱਕ ਹੀ ਏ, ਗੁਰ ਪੌੜੀ। ਉਹ ਪੌੜੀ ਹੈ ਗੁਰੂ। ਜਦੋਂ ਆਪਾਂ ਉੱਤੇ ਨੂੰ ਜਾਈਏ ਤੇ ਜਿਸ ਸਾਧਨ ਰਾਹੀਂ ਆਪਾਂ ਉੱਤੇ ਨੂੰ ਜਾਂਦੇ ਹਾਂ ਉਸ ਨੂੰ ਪੌੜੀ ਆਖਦੇ ਨੇ। ਤੇ ਪਰਮੇਸ਼ਵਰ ਦੇ ਦਰ ਵੱਲ ਨੂੰ ਜਿਹੜੀ ਪੌੜੀ ਜਾਂਦੀ ਏ ਉਹ ਹੈ ਗੁਰੂ। ਗੁਰੂ ਤੋਂ ਬਿਨਾਂ ਕੋਈ ਸਾਨੂੰ ਰੱਬ ਦਾ ਰਸਤਾ ਨਹੀਂ ਵਿਖਾਉਂਦਾ। ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਤੁਹਾਡੇ ਵਿੱਚ ਵੱਡੇ ਵੱਡੇ ਡਾਕਟਰ, ਇੰਜੀਨੀਅਰ, ਵਕੀਲ, ਜੱਜ ਬੈਠੇ ਹੋਣਗੇ। ਤੁਸੀਂ ਵੱਡੇ ਵੱਡੇ ਸਕੂਲਾਂ, ਕਾਲਜਾਂ, ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕੀਤੀ ਹੋਏਗੀ, ਪਰ ਕਿਤੇ ਵੀ ਰੱਬ ਦੇ ਨਾਂ ਦਾ ਜਾਂ ਰੱਬ ਦੇ ਦਰ ਦਾ ਰਾਹ ਤੇ ਸਾਨੂੰ ਨਹੀਂ ਵਿਖਾਇਆ ਜਾਂਦਾ। ਦੁਨੀਆ ਨੂੰ ਕਿਵੇਂ ਲੁੱਟਣਾ ਹੈ, ਦੁਨੀਆ ਦੇ ਵਿੱਚ ਕਿਵੇਂ ਫੜ ਲਓ ਮਾਰ ਲਓ ਕਰਨੀ ਹੈ, ਕਿਵੇਂ ਧਨ ਕਮਾਉਣਾ ਹੈ, ਕਿਵੇਂ ਪੈਸਾ ਖੱਟਣਾ ਹੈ, ਕਿਵੇਂ ਵਾਈਟ ਪੇਪਰ ਦੇ ਉੱਤੇ ਦੂਜਿਆਂ ਨਾਲ ਧੋਖਾ ਕਰਨਾ ਹੈ, ਇਹ ਸਾਰੀਆਂ ਗੱਲਾਂ ਤੇ ਸਿਖਾਈਆਂ ਜਾਂਦੀਆਂ ਨੇ। ਪਰ ਰੱਬ ਨੂੰ ਰਾਹ ਕਿਹੜਾ ਜਾਂਦਾ ਇਹ ਤੇ ਕਿਤੇ ਵੀ ਨਹੀਂ ਸਿਖਾਇਆ ਜਾਂਦਾ। ਇਹ ਕੇਵਲ ਗੁਰੂ ਦੱਸਦਾ ਹੈ। ਗੁਰ ਪੌੜੀ, ਗੁਰੂ ਪੌੜੀ ਹੈ ਉਤਲੀਆਂ ਅਵਸਥਾ ਵੱਲ ਜਾਣ ਲਈ। ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 4 ਖੰਡ ਦੱਸੇ, ਭਾਵੇਂ ਖੰਡ 5 ਨੇ ਪਰ 5ਵਾਂ ਨਿਜ ਸਥਾਨ ਏ। ਪਹਿਲੇ 4 ਪੜਾਅ ਦੱਸੇ। ਉਹਨਾਂ 4 ਪੜਾਵਾਂ ਦੇ ਵਿੱਚ ਗੁਰੂ ਜੀ ਨੇ ਸਾਨੂੰ ਸਮਝਾਇਆ ਕਿਸ ਤਰ੍ਹਾਂ ਤੁਸੀਂ ਉਤਲੀ ਅਵਸਥਾ ਵਿੱਚ ਜਾਣਾ ਹੈ, ਜਿੱਥੇ ਸੱਚਖੰਡ ਵਸੈ ਨਿਰੰਕਾਰ। ਜਿਹੜੀ ਉਤਲੀ ਆਤਮਕ ਅਵਸਥਾ ਜਿੱਥੇ ਪਰਮੇਸ਼ਵਰ ਦਾ ਨਿਵਾਸ ਹੈ, ਉੱਥੇ ਤੁਸੀਂ ਕਿਵੇਂ ਪਹੁੰਚਣਾ ਹੈ ਕੇਵਲ ਗੁਰੂ ਦੱਸਦਾ ਹੈ, ਹੋਰ ਕੋਈ ਨਹੀਂ ਦੱਸਦਾ। ਰੂੜੋ ਠਾਕੁਰ ਨਾਨਕਾ, ਸਭ ਸੁਖ ਸਾਚੋ ਨਾਮ। ਰੂੜੋ ਦਾ ਮਤਲਬ ਹੁੰਦਾ ਸੋਹਣਾ, ਠਾਕੁਰ ਮੈਨੇ ਮਾਲਕ। ਗੁਰੂ ਨਾਨਕ ਸਾਹਿਬ ਆਖਦੇ ਨੇ ਜਿਹੜਾ ਆਪਣਾ ਸਾਰਿਆਂ ਦਾ ਮਾਲਕ ਹੈ ਨਾ ਪਰਮੇਸ਼ਵਰ, ਉਹ ਬੜੀ ਸੁੰਦਰ ਹੈਸੀਅਤ ਵਾਲਾ ਹੈ। ਆਕਾਰ ਵਾਲਾ ਤੇ ਨਹੀਂ ਹੈ ਉਹ, ਕਿਉਂਕਿ ਗੁਰਮਤਿ ਨੇ ਉਸ ਦਾ ਆਕਾਰ ਨਹੀਂ ਦਰਸਾਇਆ। ਉਹ ਸੂਖਸ਼ਮ ਤੇ ਸਥੂਲ ਉਹਦੇ 2 ਰੂਪ ਦੱਸੇ ਨੇ। ਸਥੂਲ ਅਸੀਂ ਤੁਸੀਂ ਸਾਰੇ ਹੀ ਹਾਂ ਜੋ ਨਜ਼ਰ ਆਉਂਦਾ ਹੈ, ਸੂਖਸ਼ਮ ਜੋ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ। ਉਹ ਬੜਾ ਸੁੰਦਰ ਸਵਰੂਪ ਵਾਲਾ ਹੈ। ਸਭ ਸੁਖ ਸਾਚੋ ਨਾਮ। ਉਸ ਪਰਮੇਸ਼ਵਰ ਦੇ ਨਾਮ ਨੂੰ ਜਪਣ ਦੇ ਨਾਲ ਸਾਰੇ ਹੀ ਸੁਖ ਮਿਲ ਜਾਂਦੇ ਨੇ। ਅਸਲ 'ਚ ਅਸੀਂ ਲੱਭ ਕੀ ਰਹੇ ਹਾਂ? ਦੁਨੀਆ ਵਿੱਚ ਅਸੀਂ ਸਾਰੇ ਲੋਕ ਸੁੱਖ ਭਾਲਦੇ ਹਾਂ, ਸਾਨੂੰ ਸੁੱਖ ਮਿਲੇ। ਅਸੀਂ ਮਾਇਆ 'ਚੋਂ ਸੁੱਖ ਲੱਭਦੇ ਹਾਂ, ਅਸੀਂ ਪਰਿਵਾਰ 'ਚੋਂ ਸੁੱਖ ਲੱਭਦੇ ਹਾਂ, ਅਸੀਂ ਘਰ ਮੰਦਰ ਮਕਾਨਾਂ 'ਚੋਂ ਸੁੱਖ ਲੱਭਦੇ ਹਾਂ, ਅਸੀਂ ਗੱਡੀਆਂ ਮੋਟਰਾਂ 'ਚੋਂ ਸੁੱਖ ਲੱਭਦੇ ਹਾਂ, ਔਰ ਸਾਰੀ ਜ਼ਿੰਦਗੀ ਅਸੀਂ ਇਹਨਾਂ ਵਾਸਤੇ ਲਗਾ ਦਿੰਦੇ ਹਾਂ ਤੇ ਸੋਚਦੇ ਹਾਂ ਆਹ ਕੰਮ ਕਰ ਲਈਏ ਤੇ ਸਾਨੂੰ ਸੁੱਖ ਮਿਲੇਗਾ। ਪਰ ਆਪਾਂ ਸਾਰਿਆਂ ਨੂੰ ਹੀ ਪਤਾ ਹੈ ਅਜੇ ਤੱਕ ਤੇ ਸੁੱਖ ਨਹੀਂ ਲੱਭਾ। ਸੁੱਖ ਦੇ ਸਾਧਨ ਨੇ ਸਾਡੇ ਕੋਲ, ਪਰ ਸੁੱਖ ਨਹੀਂ ਹੈ। ਸੁੱਖ ਕਿੱਥੇ ਹੈ? ਸਾਚੋ ਨਾਮ। ਸੁੱਖ ਹੈ ਸੱਚੇ ਨਾਮ ਦੇ ਅੰਦਰ। ਇਸ ਤੋਂ ਬਿਨਾਂ ਕਿਤੇ ਵੀ ਸੁੱਖ ਨਹੀਂ। ਅਸੀਂ ਪਤੀ ਪਤਨੀ ਹੁੰਨੇ ਆ,
ਆਪਸ ਵਿੱਚ ਜਦੋਂ ਇਕੱਠੇ ਹੁੰਦੇ ਆ ਤੇ ਇਉਂ ਲੱਗਦਾ ਕਿ ਹੁਣ ਜ਼ਿੰਦਗੀ ਸੁੱਖ ਨਾਲ ਗੁਜ਼ਰੇਗੀ। ਆਪਾਂ ਸਭਨਾਂ ਨੂੰ ਪਤਾ ਹੈ ਕਿੰਨਾ ਕੁ ਸੁੱਖ ਮਿਲਦਾ ਥੋੜ੍ਹੇ ਜਿਹੇ ਸਮੇਂ ਤੋਂ ਬਾਅਦ। ਅਸੀਂ ਗੱਡੀਆਂ ਮੋਟਰਾਂ ਖਰੀਦਦੇ ਹਾਂ, ਇਉਂ ਲੱਗਦਾ ਹੁਣ ਜ਼ਿੰਦਗੀ ਭਰ ਦਾ ਸੁੱਖ ਮੇਰੇ ਘਰ ਆ ਗਿਆ। ਪਰ ਕਿੰਨਾ ਕੁ ਚਿਰ, ਜਿਸ ਕਿਸੇ ਦੀ ਕਾਰ ਮੋਟਰ ਦਾ ਕਿਤੇ ਐਕਸੀਡੈਂਟ ਹੋ ਗਿਆ ਹੋਵੇ, ਉਹਨੂੰ ਪੁੱਛ ਕੇ ਵੇਖੋ ਇਹਨਾਂ ਵਿੱਚ ਕਿੰਨਾ ਕੁ ਸੁੱਖ ਹੈ। ਇਹਨਾਂ ਚੀਜ਼ਾਂ ਵਿੱਚ ਸੁੱਖ ਨਹੀਂ ਹੈ। ਗੁਰੂ ਜੀ ਨੇ ਗਲਤ ਨਹੀਂ ਆਪਾਂ ਨੂੰ ਰਸਤਾ ਵਿਖਾਇਆ। ਗੁਰੂ ਜੀ ਨੇ ਬਿਲਕੁਲ ਸੱਚ ਆਖਿਆ ਹੈ, ਸਭ ਸੁੱਖ ਸਾਚੋ ਨਾਮ। ਸੱਚੇ ਨਾਮ ਨੂੰ ਧਿਆਇਆ, ਸੱਚੇ ਨਾਮ ਨੂੰ ਜਪਿਆ ਸਾਨੂੰ ਜੀਵਨ ਦੇ ਸਾਰੇ ਹੀ ਸੁੱਖ ਮਿਲ ਸਕਦੇ ਨੇ। ਉਹ ਆਤਮਿਕ ਸੁੱਖ ਚਾਹੇ ਉਹ ਸਰੀਰਕ ਸੁੱਖ ਹੋਣ, ਸਾਨੂੰ ਜ਼ਰੂਰ ਮਿਲਣਗੇ ਜੇ ਅਸੀਂ ਗੁਰੂ ਰੂਪ ਪੌੜੀ ਨੂੰ ਅਖਤਿਆਰ ਕਰ ਲਈਏ ਆਪਣੀ ਜ਼ਿੰਦਗੀ ਵਿੱਚ। ਉਸ ਪੌੜੀ ਨੂੰ ਸਾਧਨ ਬਣਾ ਕੇ ਇੱਕੋ ਪੱਧਰੇ ਰਸਤੇ ਤੇ ਤੁਰ ਪਈਏ, ਡਾਵਾਂ ਡੋਲ ਸਥਿਤੀ ਛੱਡ ਦਈਏ, ਇੱਧਰ ਉੱਧਰ ਵੇਖਣਾ ਭਟਕਣਾ ਤਿਆਗ ਦਈਏ। ਅਸੀਂ ਕਰ ਕੀ ਰਹੇ ਹਾਂ? ਭਾਵੇਂ ਅਸੀਂ ਅਧਿਆਤਮਿਕਤਾ ਤੇ ਹੀ ਤੁਰਦੇ ਹਾਂ, ਪਰ ਅਧਿਆਤਮਿਕਤਾ ਤੇ ਵੀ ਅਸੀਂ ਰਸਤੇ ਬਦਲਦੇ ਰਹਿੰਦੇ ਹਾਂ। ਇਸ ਤਰ੍ਹਾਂ ਸਿਆਣੇ ਦੱਸਦੇ ਨੇ, ਹੁੰਦਾ ਹੈ ਕਿ ਜਿਵੇਂ ਧਰਤੀ ਦੇ ਅੰਦਰ 100 ਫੁੱਟ ਡੂੰਘਾ ਪਾਣੀ ਹੋਵੇ ਤੇ ਕੋਈ ਬੰਦਾ 10 ਫੁੱਟ ਟੋਆ ਪੁੱਟੇ ਤੇ ਉਹਨੂੰ ਛੱਡ ਦੇਵੇ ਕਿ ਪਾਣੀ ਤੇ ਆਇਆ ਹੀ ਨਹੀਂ। ਪਰੇ ਜਾ ਕੇ 10 ਫੁੱਟ ਹੋਰ ਪੁੱਟ ਲਵੇ, ਪਾਣੀ ਤੇ ਆਇਆ ਹੀ ਨਹੀਂ। ਪਰੇ ਜਾ ਕੇ ਹੋਰ 15 ਫੁੱਟ ਪੁੱਟ ਲਵੇ, ਪਾਣੀ ਤੇ ਆਇਆ ਹੀ ਨਹੀਂ। ਭਾਈ ਇਸ ਤਰ੍ਹਾਂ ਆਉਣਾ ਹੀ ਨਹੀਂ, ਭਾਵੇਂ ਤੂੰ 100 ਥਾਵਾਂ ਤੇ ਟੋਏ ਪੁੱਟ, ਪਰ ਜੇ ਇੱਕੋ ਥਾਂ ਤੇ 100 ਫੁੱਟ ਡੂੰਘਾ ਪੁੱਟ ਲੈਂ ਤੇ ਪਾਣੀ ਮਿਲ ਜਾਏਗਾ। ਬਿਲਕੁਲ ਅਧਿਆਤਮਿਕ ਮਾਰਗ ਇਹੋ ਜਿਹਾ ਹੀ ਮਾਰਗ ਏ, ਜਿਹੜੇ ਰਸਤੇ ਤੇ ਤੁਰੇ ਹੋ ਬਸ ਅੱਖਾਂ ਬੰਦ ਕਰਕੇ ਤੁਰੇ ਚੱਲੋ। ਗੁਰੂ ਦਾ ਸਹਾਰਾ ਲਵੋ, ਉਸ ਨੂੰ ਕਦੇ ਨਾ ਤਿਆਗੋ। ਗੁਰੂ ਦੀ ਬਾਂਹ ਘੁੱਟ ਕੇ ਫੜ ਲਓ। ਜੇ ਆਪਣੇ ਤੋਂ ਨਾ ਫੜੀ ਜਾਏ ਤੇ ਗੁਰੂ ਜੀ ਨੂੰ ਆਖੋ ਕਿ ਗੁਰੂ ਜੀ ਤੁਸੀਂ ਮੇਰੀ ਬਾਂਹ ਫੜੋ। ਜੇ ਗੁਰੂ ਬਾਂਹ ਫੜ ਲਵੇਗਾ ਤੇ ਮੇਰਾ ਨਿੱਜੀ ਵਿਸ਼ਵਾਸ ਹੈ ਕਿ ਗੁਰੂ ਕਦੇ ਬਾਂਹ ਛੱਡਦਾ ਨਹੀਂ ਹੁੰਦਾ। ਜਿਹੜਾ ਸੱਚਾ ਗੁਰੂ ਹੁੰਦਾ ਹੈ ਉਹ ਕਦੇ ਬਾਂਹ ਨਹੀਂ ਛੱਡਦਾ। ਤੇ ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ, ਗੁਰੂ ਸਰੀਰ ਵੀ ਨਹੀਂ ਹੁੰਦਾ। ਗੁਰੂ ਇੱਕ ਆਤਮ ਸੱਤਾ ਹੈ ਜਿਹੜੀ ਸਰੀਰ ਦੇ ਵਿੱਚ ਹੁੰਦਿਆਂ ਤੇ ਸਰੀਰ ਤੋਂ ਬਾਅਦ ਵਿੱਚ ਸਾਡਾ ਸਾਥ ਨਹੀਂ ਛੱਡਦੀ। ਅਸੀਂ ਉਸ ਗੁਰੂ ਦੀ ਬਾਂਹ ਫੜੀਏ ਤੇ ਜਿਹਦੀ ਵੀ ਫੜ ਲਈਏ ਫਿਰ ਛੱਡੀਏ ਨਾ। ਫਿਰ ਅਸੀਂ ਨਿਜ ਘਰ ਵਿੱਚ ਨਿਜ ਥਾਨ ਤੇ ਪਹੁੰਚਣ ਦੇ ਕਾਬਲ ਹੋ ਜਾਵਾਂਗੇ, ਯੋਗ ਹੋ ਜਾਵਾਂਗੇ। ਸੋ ਆਪ ਸਾਰੀ ਸੰਗਤ ਨੂੰ ਵੀ ਮੈਂ ਬੇਨਤੀ ਕਰਦਾ, ਆਪਣੇ ਆਪ ਨੂੰ ਵੀ ਮੈਂ ਹਮੇਸ਼ਾ ਇਹੀ ਕਹਿੰਦਾ ਰਹਿਣਾ ਕਿ ਗੁਰੂ ਤੇ ਭਰੋਸਾ ਰੱਖੀਏ, ਗੁਰੂ ਤੇ ਵਿਸ਼ਵਾਸ ਰੱਖੀਏ। ਤੇ ਕੱਲਾ ਵਿਸ਼ਵਾਸ ਤੇ ਭਰੋਸਾ ਨਹੀਂ, ਸਗੋਂ ਜੋ ਗੁਰੂ ਆਖੇ ਉਹ ਕਾਰ ਕਰੀਏ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਗੁਰੂ ਨੇ ਕੀ ਕੀਤਾ ਹੈ ਉਹਦੇ ਵੱਲ ਵੇਖਣ ਦੀ ਲੋੜ ਨਹੀਂ, ਜੋ ਗੁਰੂ ਨੇ ਆਖਿਆ ਉਹ ਕਰਨ ਦੀ ਜ਼ਰੂਰਤ ਹੈ। ਸਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖਿਆ ਕਿ ਭਾਈ ਅੰਮ੍ਰਿਤ ਵੇਲੇ ਜਾਗਿਆ ਕਰੋ, ਪਰਮੇਸ਼ਵਰ ਦੀ ਭਗਤੀ ਕਰਿਆ ਕਰੋ, ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰਿਆ ਕਰੋ। ਇਹ ਸਾਰੀਆਂ ਚੀਜ਼ਾਂ ਜੇ ਆਪਾਂ ਗੁਰੂ ਦੇ ਆਖੇ ਲੱਗ ਕੇ ਕਰਨ ਲੱਗ ਪਈਏ ਤੇ ਮੇਰਾ ਖਿਆਲ ਹੈ ਕਿ ਗੁਰੂ ਸਾਨੂੰ ਸਾਡੀ ਮੰਜ਼ਿਲ ਤੱਕ ਜ਼ਰੂਰ ਪਹੁੰਚਾਏਗਾ। ਜੇ ਆਪਾਂ ਇਹ ਚੀਜ਼ਾਂ ਨਹੀਂ ਕਰਾਂਗੇ ਤੇ ਫਿਰ ਗੁਰੂ ਦਾ ਕਸੂਰ ਕੱਢਾਂਗੇ ਤੇ ਸ਼ਾਇਦ ਅਸੀਂ ਗਲਤੀ ਤੇ ਹੋਵਾਂਗੇ। ਸੋ ਅੱਜ ਜੀ ਮੈਂ ਵਿਚਾਰ ਇੱਥੇ ਹੀ ਸਮਾਪਤ ਕਰਦਾ, ਸਮਾਂ ਹੋ ਗਿਆ ਹੈ। ਆਉਣ ਵਾਲੇ ਸਮੇਂ 'ਚ ਆਪਾਂ ਜਿਹੜਾ ਅਗਲਾ ਸਿਰਲੇਖ ਹੈ ਉਹ ਰਾਗ ਕਾਨੜਾ ਹੈ। ਚੌਥੇ ਪਾਤਸ਼ਾਹ ਜੀ ਦਾ ਪਾਵਨ ਬਚਨ ਲੈ ਕੇ ਆਪਾਂ ਰਾਗ ਕਾਨੜਾ ਦੇ ਬਾਰੇ ਅਗਲੀ ਗੱਲਬਾਤ ਆਉਣ ਵਾਲੇ ਸਮੇਂ 'ਚ ਸ਼ੁਰੂ ਕਰਾਂਗੇ। ਆਪ ਸਾਰੀ ਸੰਗਤ ਨੇ ਬੜੇ ਪਿਆਰ ਦੇ ਨਾਲ ਅੱਜ ਦੀ ਵਿਚਾਰ ਨੂੰ ਸ਼ਰਵਣ ਕੀਤਾ ਹੈ। ਆਪ ਸਾਰੀ ਸੰਗਤ ਦਾ ਦਿਲੋਂ ਧੰਨਵਾਦੀ ਹਾਂ। ਮੇਰੇ ਪਾਸੋਂ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ,
ਉਹਨਾਂ ਲਈ ਮੈਂ ਆਪ ਸਭਨਾਂ ਪਾਸੋਂ ਖਿਮਾ ਵੀ ਚਾਹੁੰਦਾ ਹਾਂ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।